ਤਰਨਤਾਰਨ ਦੇ ਵਿੱਚ ਦੋ ਅਕਾਲੀ ਵਰਕਰਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ। ਕਾਰ ਸਵਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ। ਕਤਲ ਤੇ ਗਰਮਾਈ ਸਿਆਸਤ। ਅਕਾਲੀ ਦਲ ਨੇ ਲਾਸ਼ਾਂ ਸੜਕ ਤੇ ਰੱਖ ਕੇ ਲਗਾਇਆ ਧਰਨਾ। ਲਾਲ ਕਿਲਾ ਹਿੰਸਾ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਵਿੱਚ ਵੱਡਾ ਦਾਅਵਾ। ਕਿਹਾ ਕੁਝ ਲੋਕ ਲਾਲ ਕਿਲੇ ਦੇ ਉੱਤੇ ਕਰਨਾ ਚਾਹੁੰਦੇ ਸਨ ਕਬਜ਼ਾ। ਪੱਕਾ ਧਰਨਾ ਲਗਾਉਣ ਦੀ ਸੀ ਕੋਸ਼ਿਸ਼। ਦਿੱਲੀ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਸੁਸ਼ੀਲ ਕੁਮਾਰ ਨੇ ਖੁਦ ਨੂੰ ਦੱਸਿਆ ਬੇਕਸੂਰ। ਕਿਹਾ ਮੈਂ ਕਦੇ ਕਤਲ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਤਾਂ ਸੁਸ਼ੀਲ ਦੀ ਮਾਤਾ ਨੇ ਮੀਡੀਆ ਟ੍ਰਾਇਲ ਰੋਕਣ ਦੇ ਲਈ ਦਿੱਲੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਪਟੀਸ਼ਨ। ਕੋਰੋਨਾ ਦੇ ਵਿਚਾਲੇ ਪੰਜਾਬ ਦੇ ਵਿੱਚ ਬਲੈਕ ਫੰਗਸ ਵਧਾ ਰਿਹਾ ਟੈਂਸ਼ਨ। ਹੁਣ ਫਰੀਦਕੋਟ ਦੇ ਵਿੱਚ ਮਹਿਲਾ ਮਰੀਜ਼ ਦੀ ਮੌਤ। ਹੁਣ ਤੱਕ ਜ਼ਿਲ੍ਹੇ 'ਚ 3 ਮਰੀਜ਼ਾਂ 'ਚ ਫੰਗਸ ਦੀ ਤਸਦੀਕ। ਅਗਲੇ 48 ਘੰਟਿਆਂ ਦੇ ਵਿੱਚ ਭਾਰਤ ਲਿਆਇਆ ਜਾ ਸਕਦਾ ਹੈ ਮੇਹੁਲ ਚੌਕਸੀ। 13,000 ਕਰੋੜ ਦੇ ਘੁਟਾਲੇ ਤੋਂ ਬਾਅਦ ਸੀ ਫਰਾਰ। ਕੈਰੇਬੀਆਈ ਦੇਸ਼ ਡੋਮਿਨਿਕਾ 'ਚ ਹੋਈ ਹੈ ਗ੍ਰਿਫਤਾਰੀ। ਕੋਰੋਨਾ ਕਾਲ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ। ਅੱਜ ਪੈਟਰੋਲ 25 ਪੈਸੇ ਅਤੇ ਡੀਜ਼ਲ 31 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ। ਕਈ ਥਾਵਾਂ ਤੇ 100 ਦੇ ਪਾਰ ਪਹੁੰਚੀ ਪੈਟਰੋਲ ਦੀ ਕੀਮਤ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬੁਲੇਟਿਨ ਦਾ ਆਗਾਜ਼ ਇੱਕ ਵੱਡੀ ਖਬਰ ਦੇ ਨਾਲ। ਪੰਜਾਬ ਦੇ ਵਿੱਚ ਵੈਕਸੀਨ ਖਤਮ ਹੋ ਗਈ ਹੈ। ਵੱਡੀ ਖਬਰ ਇਸ ਸਮੇਂ ਵੈਕਸੀਨੇਸ਼ਨ ਦੇ ਇਸ ਦੌਰ ਦੇ ਵਿਚਾਲੇ ਜਦੋਂ ਹਰ ਕੋਈ ਚਾਹੁੰਦਾ ਕਿ ਵੈਕਸੀਨ ਉਸਦੇ ਜਲਦ ਤੋਂ ਜਲਦ ਲੱਗੇ, ਸਰਕਾਰ ਉਤਸ਼ਾਹਿਤ ਕਰ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਖਬਰ ਹੈ ਕਿ ਪੰਜਾਬ 'ਚ ਵੈਕਸੀਨ ਖਤਮ ਹੈ। ਜਾਂ 18+ ਦੇ ਲਈ ਪੰਜਾਬ ਦੇ ਕੋਲ ਹੁਣ ਵੈਕਸੀਨ ਨਹੀਂ ਹੈ। ਨਿਊਜ਼ 18 ਦੇ ਉੱਤੇ ਬੋਲੇ ਨੋਡਲ ਅਫਸਰ ਵਿਕਾਸ ਗਰਗ। ਵੱਡੀ ਸਟੇਟਮੈਂਟ ਹੈ ਇਹ। 18 ਸਾਲ ਤੋਂ ਲੈ ਕੇ 44 ਸਾਲ ਦੇ ਲੋਕਾਂ ਦੇ ਲਈ ਪੰਜਾਬ ਦੇ ਵਿੱਚ ਹੁਣ ਵੈਕਸੀਨ ਅਵੇਲੇਬਲ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਲਗਾਤਾਰ ਇਹ ਜ਼ਿਕਰ ਕਰਦੀ ਰਹੀ ਹੈ ਕਿ ਸਾਨੂੰ ਕੇਂਦਰ ਤੋਂ ਨਹੀਂ ਮਿਲ ਰਹੀ ਵੈਕਸੀਨ, ਇਸ ਕਰਕੇ ਸਾਡੇ ਕੋਲ ਦਿੱਕਤ ਹੈ, ਕਮੀ ਹੈ। ਤੇ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਵੈਕਸੀਨ ਖਤਮ ਹੋ ਗਈ ਹੈ। ਨੋਡਲ ਅਫਸਰ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਸਟੇਟਮੈਂਟ ਵੀ ਦੇ ਦਿੱਤੀ ਗਈ ਹੈ, ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹੀਏ ਅੱਜ ਤੋਂ ਹੀ ਪੰਜਾਬ ਦੇ ਵਿੱਚ 18 ਸਾਲ ਤੋਂ ਜ਼ਿਆਦਾ ਉਮਰ ਦੇ ਜਿਹੜੇ ਯੰਗ ਲੋਕ ਨੇ, 44 ਸਾਲ ਤੋਂ ਘੱਟ, ਤਾਂ ਉਹਨਾਂ ਨੂੰ ਵੈਕਸੀਨ ਲਗਵਾਉਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ ਦੇ ਕੋਲ ਵੈਕਸੀਨ ਹੈ ਹੀ ਨਹੀਂ। ਇਸ ਜਿਹੜਾ ਪ੍ਰਸ਼ਾਸਨ ਹੈ, ਨੋਡਲ ਆਫੀਸਰ ਨੇ, ਉਹਨਾਂ ਦਾ ਦਾਅਵਾ ਹੈ। ਪੰਜਾਬ 'ਚ ਵੈਕਸੀਨੇਸ਼ਨ ਦੀ ਲਗਾਤਾਰ ਘਾਟ ਨਜ਼ਰ ਆ ਰਹੀ ਹੈ ਔਰ ਹੁਣ 18 ਸਾਲ ਤੋਂ 45 ਸਾਲ ਤੱਕ ਦੇ ਲੋਕਾਂ ਦੇ ਲਈ ਵੈਕਸੀਨੇਸ਼ਨ ਪੰਜਾਬ 'ਚ ਖਤਮ ਹੋ ਗਈ ਹੈ। ਮੇਰੇ ਨਾਲ ਇਸ ਵੇਲੇ ਵਿਕਾਸ ਗਰਗ ਜੀ ਨੇ। ਗਰਗ ਸਾਹਿਬ ਨਾਲ ਗੱਲ ਕਰਦੇ ਹਾਂ। ਗਰਗ ਸਾਹਿਬ, ਵੈਕਸੀਨੇਸ਼ਨ 18 ਤੋਂ 45 ਸਾਲ ਤੱਕ ਖਤਮ ਹੋ ਗਈ, ਕਦੋਂ ਤੱਕ ਆਏਗੀ ਔਰ ਕਿੰਨੀ ਸ਼ੋਰਟੇਜ ਇਸ ਵੇਲੇ ਵੈਕਸੀਨੇਸ਼ਨ ਦੀ ਪੰਜਾਬ ਦੇ ਵਿੱਚ ਸੀਗੀ? ਸਾਨੂੰ 31 ਮਈ ਤੱਕ 4,29,000 ਡੋਜ਼ਿਸ ਕੋਵਿਸ਼ੀਲਡ ਵੈਕਸੀਨ ਦੀਆਂ ਮਿਲੀਆਂ ਸੀ ਤੇ 4,29,000 ਦੇ ਅਗੇਂਸਟ, ਕਿਉਂਕਿ ਕੋਵਿਸ਼ੀਲਡ 'ਚ ਵੇਸਟੇਜ ਬਹੁਤ ਘੱਟ ਹੁੰਦੀ ਹੈ, ਕਿਉਂਕਿ ਇੱਕ ਵਾਇਲ 'ਚ 10 ਡੋਜ਼ ਦੀ ਜਗ੍ਹਾ ਅਸੀਂ 11 ਤੱਕ ਲੈ ਲੈਂਦੇ ਹਾਂ ਜੇ ਉਸਨੂੰ ਕੇਅਰਫੁਲੀ ਯੂਜ਼ ਕੀਤਾ ਜਾਏ। ਇਸ ਕਰਕੇ 4,29,000 ਦੇ ਬਦਲੇ ਅਸੀਂ 4,39,000 ਡੋਜ਼ਿਸ ਅਜੇ ਤੱਕ ਲਾ ਚੁੱਕੇ ਹਾਂ ਅਤੇ ਇਸ ਕਰਕੇ ਉਹ ਵੈਕਸੀਨ ਖਤਮ ਹੋ ਚੁੱਕੀ ਹੈ, ਜਿਹੜੀ ਕਿ 18 ਤੋਂ 44 ਸਾਲ ਵਾਸਤੇ ਸੀ। ਇਸ ਤੋਂ ਇਲਾਵਾ ਸਾਨੂੰ 1,14,000 ਡੋਜ਼ਿਸ ਜਿਹੜੀਆਂ ਕੋਵੈਕਸੀਨ ਦੀਆਂ ਆਉਣੀਆਂ ਸੀ 18 ਤੋਂ 44 ਸਾਲ ਵਾਸਤੇ, ਉਹ ਐਜ਼ ਪਰ ਸ਼ਡਿਊਲ 26 ਮਈ ਨੂੰ ਆਉਣੀਆਂ ਸੀ, ਪਰ ਕੱਲ੍ਹ ਉਹ ਵੈਕਸੀਨ ਹਜੇ ਆਈ ਨਹੀਂ ਹੈ। ਅਸੀਂ ਗੱਲ ਕੀਤੀ ਹੈ ਗੌਰਮੈਂਟ ਆਫ ਇੰਡੀਆ ਨੂੰ, ਰਿਕੁਐਸਟ ਵੀ ਕੀਤੀ ਹੈ, ਉਹਨਾਂ ਦਾ ਹਜੇ ਕੋਈ ਜਵਾਬ ਨਹੀਂ ਆਇਆ। ਜਿਵੇਂ ਜਵਾਬ ਆ ਜਾਏਗਾ, ਮੈਨੂੰ ਉਮੀਦ ਹੈ ਕਿ ਛੇਤੀ ਉਹ ਸਾਨੂੰ ਵੈਕਸੀਨ ਪ੍ਰੋਵਾਈਡ ਕਰਨਗੇ ਤਾਂ ਕਿ ਇਹ 31 ਮਈ ਤੱਕ ਦਾ ਅਸੀਂ ਟਾਰਗੇਟ ਪੂਰਾ ਕਰ ਸਕੀਏ। ਕਿਉਂਕਿ ਲੋਕ ਕਾਫੀ ਖੱਜਲ ਹੋ ਰਹੇ ਹੈ। ਜਲੰਧਰ ਹੋਵੇ, ਪਟਿਆਲਾ ਹੋਵੇ, ਮੁੱਖ ਮੰਤਰੀ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਪਿੰਡਾਂ ਦੇ ਪਿੰਡ ਅਗਰ ਪੂਰੀ ਵੈਕਸੀਨੇਸ਼ਨ ਲਗਾਉਣਗੇ 10 ਲੱਖ ਰੁਪਇਆ ਦਿੱਤਾ ਜਾਏਗਾ, ਗ੍ਰਾਂਟ ਦਿੱਤੀ ਜਾਏਗੀ। ਲੇਕਿਨ ਵੈਕਸੀਨੇਸ਼ਨ ਦੀ ਸ਼ੋਰਟੇਜ ਇਹ 45 ਸਾਲ ਤੱਕ ਹੈ ਜਾਂ ਉਸ ਤੋਂ ਵੱਧ ਵਾਲੀ ਵੀ ਖਤਮ ਹੋ ਗਈ ਹੈ? ਜਿਹੜੇ 45 ਸਾਲ ਤੋਂ ਵੱਧ ਨੇ ਉਹਨਾਂ ਨੂੰ ਵੈਕਸੀਨੇਸ਼ਨ ਮਿਲ ਪਾ ਰਹੀ ਹੈ? 45 ਸਾਲ ਤੋਂ ਵੱਧ ਵਾਲਿਆਂ ਵਾਸਤੇ ਔਰ ਹੈਲਥ ਕੇਅਰ ਵਰਕਰਸ ਐਂਡ ਫਰੰਟਲਾਈਨ ਵਰਕਰਸ ਵਾਸਤੇ ਸਾਡੇ ਕੋਲ ਟੋਟਲ ਕੱਲ੍ਹ ਤੱਕ 45,90,000 ਡੋਜ਼ਿਸ ਆਈਆਂ ਸੀ, ਜਿਨ੍ਹਾਂ ਵਿੱਚੋਂ
ਅਸੀਂ 44,80,000 ਡੋਜ਼ ਲਾ ਚੁੱਕੇ ਹਾਂ ਤੇ ਜਿਹੜੀ ਬਾਕੀ ਬਚਦੀ ਵੈਕਸੀਨ ਹੈ ਉਹ ਕੁਛ ਤਾਂ ਵੇਸਟੇਜ ਹੈ ਉਸ 'ਚ ਜਿਹੜੀ ਕਿ ਕੋਵੈਕਸੀਨ ਦੀ ਔਰ ਕੁਛ ਡੋਜ਼ਿਸ ਕੋਵੈਕਸੀਨ ਦੀਆਂ ਰੱਖੀਆਂ ਗਈਆਂ 31 ਮਈ ਤੱਕ ਜਿਨ੍ਹਾਂ ਲੋਕਾਂ ਨੂੰ ਸੈਕਿੰਡ ਡੋਜ਼ ਲੱਗਣੀ ਹੈ ਜਿਨ੍ਹਾਂ ਦੇ ਸ਼ਡਿਊਲ ਦੇ ਹਿਸਾਬ ਨਾਲ। ਇਸ ਕਰਕੇ ਉਹਨਾਂ ਦੀ ਵੀ ਸਾਡੇ ਕੋਲ ਬਹੁਤ ਸ਼ਾਰਟੇਜ ਹੈ। ਅਗੇਨ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਹੋਰ ਡੋਜ਼ਿਸ ਦਿੱਤੀਆਂ ਜਾਣ। ਹੁਣ ਤੱਕ ਪੰਜਾਬ 'ਚ ਕਿੰਨੇ ਲੋਕਾਂ ਨੂੰ ਵੈਕਸੀਨੇਸ਼ਨ ਫਸਟ ਡੋਜ਼ ਲੱਗ ਚੁੱਕੀ ਹੈ, ਡਬਲ ਡੋਜ਼ ਕਿੰਨੀ ਲੱਗ ਚੁੱਕੀ ਹੈ ਇਸ ਵੇਲੇ? ਤਕਰੀਬਨ ਕੁੱਲ ਮਿਲਾ ਕੇ ਤਕਰੀਬਨ ਜੇ ਆਪਾਂ ਦੇਖੀਏ 44 ਲੱਖ ਹੋ ਤੇ 4 ਲੱਖ ਹੋ 48 ਲੱਖ 49 ਲੱਖ ਸਮਝ ਲਓ ਡੋਜ਼ ਆਈਆਂ ਲੱਗ ਚੁੱਕੀਆਂ ਸਾਡੇ, ਜਿਸ ਵਿੱਚੋਂ ਤਕਰੀਬਨ ਟੋਟਲ ਜਿਹੜੇ ਫਸਟ ਡੋਜ਼ 42 ਲੱਖ ਨੂੰ ਔਰ 7 ਲੱਖ ਦੇ ਕਰੀਬ 7.5 ਲੱਖ ਦੇ ਕਰੀਬ ਲੋਕਾਂ ਨੂੰ ਡਬਲ ਡੋਜ਼ ਲੱਗ ਚੁੱਕੀ ਹੈ। ਤੁਸੀਂ ਕਹਿ ਰਹੇ ਹੋ ਕਿ 42 ਲੱਖ ਲੋਕਾਂ ਨੂੰ ਪੰਜਾਬ 'ਚ ਵੈਕਸੀਨੇਸ਼ਨ ਲੱਗ ਚੁੱਕੀ ਹੈ। ਪੰਜਾਬ ਦੀ ਆਬਾਦੀ 3 ਕਰੋੜ ਦੇ ਕਰੀਬ ਹੈ। ਕਦੋਂ ਤੱਕ ਕੋਈ ਟੀਚਾ ਮੰਨਿਆ ਹੈ ਕਿ ਕਦੋਂ ਤੱਕ ਵੈਕਸੀਨੇਸ਼ਨ ਜਿਹੜੀ ਪੂਰੇ ਪੰਜਾਬ 'ਚ ਲੱਗ ਸਕਦੀ ਹੈ? ਨਹੀਂ, ਸਾਡੀ ਜਿਹੜੀ ਕੈਪੈਸਿਟੀ ਹੈ ਵੈਕਸੀਨੇਸ਼ਨ ਲਗਾਉਣ ਦੀ ਉਹ ਹੈ 3 ਲੱਖ ਡੋਜ਼ ਪਰ ਡੇ। ਪਰ ਟੀਚਾ ਤਾਂ ਅਸੀਂ ਮਿੱਥਾਂਗੇ ਜੇ ਸਾਨੂੰ ਇੰਸ਼ੋਰੈਂਸ ਹੋਏ ਕਿ ਵੈਕਸੀਨ ਦੀ ਸਪਲਾਈ ਆਏਗੀ। ਜਿਉਂ ਸਪਲਾਈ ਆਏਗੀ ਅਸੀਂ ਤਿਉਂ ਵੈਕਸੀਨੇਸ਼ਨ ਲਗਾਉਂਦੇ ਜਾਵਾਂਗੇ। ਇਸ ਪੂਰੇ ਵੈਕਸੀਨੇਸ਼ਨ ਅਭਿਆਨ ਨੂੰ ਹੋਰ ਤੇਜ਼ ਕਰਨ ਵਾਸਤੇ ਅਸੀਂ ਡਾਇਰੈਕਟਲੀ ਵੀ ਵੈਕਸੀਨ ਮੈਨੂਫੈਕਚਰਰਸ ਨੂੰ ਲਿਖਿਆ ਸੀ 4 ਨੂੰ, ਜਿਨ੍ਹਾਂ ਵਿੱਚੋਂ 2 ਵੱਲੋਂ ਫਾਈਜ਼ਰ ਐਂਡ ਮੋਡਰਨਾ ਵੱਲੋਂ ਜਵਾਬ ਆ ਗਿਆ ਕਿ ਉਹ ਸਿਰਫ ਸੈਂਟਰਲ ਗਵਰਨਮੈਂਟ ਨਾਲ ਡੀਲ ਕਰਨਗੇ। ਉਸ ਦੇ ਬੇਸਿਸ ਤੇ ਅਸੀਂ ਸੈਂਟਰਲ ਗਵਰਨਮੈਂਟ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਸਾਡੇ ਬਿਹਾਫ ਤੇ ਸਟੇਟ ਦੇ ਬਿਹਾਫ ਤੇ ਉਹਨਾਂ ਨਾਲ ਗੱਲ ਕਰਕੇ ਜੇ ਸਾਨੂੰ ਕੋਈ ਵੈਕਸੀਨ ਜਲਦੀ ਮਿਲ ਸਕਦੀ ਹੈ ਤਾਂ ਦਵਾਈ ਜਾਏ। ਇਸ ਤੋਂ ਇਲਾਵਾ ਜਿਹੜੀ 2 ਹੋਰ ਕੰਪਨੀਆਂ ਜੌਨਸਨ ਐਂਡ ਸਪੂਤਨਿਕ ਨੂੰ ਜੋ ਅਸੀਂ ਲਿਖਿਆ ਸੀ ਈਮੇਲ ਪਾਈ ਸੀ ਉਹਦਾ ਹਜੇ ਜਵਾਬ ਨਹੀਂ ਆਇਆ, ਅਸੀਂ ਰਿਮਾਈਂਡਰ ਵੀ ਭੇਜੇ। ਅੱਛਾ, ਜਿਹੜੀ ਤੁਸੀਂ ਕਹਿ ਰਹੇ ਹੋ 18 ਤੋਂ 45 ਸਾਲ ਤੱਕ ਖਤਮ ਹੋ ਗਈ ਹੈ, ਇਹ ਕਦੋਂ ਖਤਮ ਹੋਈ ਹੈ ਔਰ ਕੀ ਉਮੀਦ ਕਰੀਏ? ਕਿ ਕੋਈ ਕਹਿ ਰਿਹਾ ਹੈ ਕਿ 15 ਜੂਨ ਤੱਕ ਨਹੀਂ ਆਏਗੀ, ਕੋਈ ਕਹਿ ਰਿਹਾ ਹੈ ਕਿ ਜੂਨ ਦੇ ਪਹਿਲੇ ਹਫਤੇ ਆ ਜਾਏਗੀ। ਕਦੋਂ ਤੱਕ ਆਏਗੀ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ? ਨਹੀਂ, ਐਸਾ ਨਹੀਂ ਹੈ ਜੀ ਕਿ ਕਦੇ ਨਹੀਂ ਆਇਆ, 15 ਜੂਨ ਤੱਕ ਨਹੀਂ ਆਏਗੀ। ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਆਲਰੇਡੀ ਸ਼ਡਿਊਲ ਇੰਡੀਕੇਟ ਕੀਤਾ ਹੋਇਆ ਹੈ ਕਿ ਜੂਨ ਦੇ 15 ਜੂਨ ਤੱਕ ਤੁਹਾਡੇ ਕੋਲ ਕਿੰਨੀ ਵੈਕਸੀਨ ਆਉਣੀ ਹੈ, ਫਿਰ 15 ਜੂਨ ਤੋਂ ਅੱਗੇ ਕਿੰਨੀ ਵੈਕਸੀਨ ਆਉਣੀ ਹੈ। ਉਸ ਸ਼ਡਿਊਲ ਦੇ ਹਿਸਾਬ ਨਾਲ ਹੀ ਅਸੀਂ ਲੋਕਾਂ ਨੂੰ ਇੰਟੀਮੇਟ ਕਰਾਂਗੇ। ਲੇਕਿਨ ਹੁਣ ਜਿਹੜੀ ਕੇਂਦਰ ਸਰਕਾਰ ਨੇ ਭੇਜਣੀ ਕਦੋਂ ਤੱਕ ਆ ਸਕਦੀ ਹੈ, ਜਿਹੜੀ 18 ਤੋਂ 45 ਤੱਕ ਖਤਮ ਹੋ ਗਈ ਹੈ? ਉਮੀਦ ਕਰੀਏ ਕਿ ਅੱਜ ਆ ਜਾਏਗੀ ਜਾਂ ਉਮੀਦ ਕਰੀਏ ਅਗਲੇ ਹਫਤੇ ਆ ਜਾਏਗੀ, ਕੱਲ ਆ ਜਾਏਗੀ, ਮੰਡੇ ਤੱਕ ਆ ਜਾਏਗੀ, ਕਦੋਂ ਤੱਕ ਆ ਜਾਏਗੀ? ਮੈਨੂੰ ਉਮੀਦ ਹੈ ਕਿ ਅੱਜ ਸਾਡੇ ਕੋਲ 1,14,000 ਡੋਜ਼ ਆ ਜਾਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਬਾਰ-ਬਾਰ ਰਿਕੁਐਸਟ ਕਰ ਰਹੇ ਹਾਂ ਔਰ ਮੈਨੂੰ ਪੱਕਾ ਯਕੀਨ ਹੈ ਕਿ ਉਹ ਸਾਨੂੰ ਇਹ ਡੋਜ਼ਿਸ ਪ੍ਰੋਵਾਈਡ ਕਰਨਗੇ। ਤਾਂ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਦੀ ਛੋਟੇ ਲਗਾਤਾਰ ਜਾਰੀ ਹੈ ਔਰ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਦੱਸ ਦਈਏ ਕਿ 18 ਸਾਲ ਤੋਂ ਜੋ 44 ਸਾਲ ਦੇ ਉਮਰ ਦੇ ਲੋਕ ਨੇ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਨਹੀਂ ਲੱਗੇਗੀ, ਕਿਉਂਕਿ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਨਹੀਂ ਭੇਜੀ ਔਰ ਪੰਜਾਬ 'ਚ 18 ਤੋਂ 44 ਸਾਲ ਤੱਕ ਦੇ ਲੋਕਾਂ ਦੇ ਲਈ ਵੈਕਸੀਨੇਸ਼ਨ ਫਿਲਹਾਲ ਜਿਹੜੀ ਹੈ ਉਹ ਖਤਮ ਹੋ ਗਈ ਹੈ। ਕੈਮਰਾਮੈਨ ਅਜੇ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ। ਤਾਂ ਪੰਜਾਬ ਦੇ ਵਿੱਚ ਵੈਕਸੀਨ ਦੀ ਕਿੱਲਤ ਹੈ। ਵੈਕਸੀਨ ਦੀ ਕਿੱਲਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਸੂਬੇ ਜ਼ਿਕਰ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕ ਜਿਹੜੇ ਇੰਤਜ਼ਾਰ ਕਰ ਰਹੇ ਸੀ ਕਿ ਅਸੀਂ ਵੈਕਸੀਨ ਲਗਵਾਈਏ, ਜਲਦ ਤੋਂ ਜਲਦ ਕਰੋਨਾ ਰੋਕੂ ਟੀਕਾ ਸਾਡੇ ਵੀ ਲੱਗੇ, ਤੇ ਇਸ ਵਿਚਾਲੇ ਹੁਣ ਉਹਨਾਂ ਦੇ ਲਈ ਖਬਰ ਇਹ ਹੈ ਕਿ ਫਿਲਹਾਲ ਤੁਹਾਨੂੰ ਥੋੜਾ ਜਿਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਵੈਕਸੀਨ ਦੀ ਹੀ ਕਮੀ ਹੈ। ਪੰਜਾਬ ਦੇ ਵਿੱਚ ਵੈਕਸੀਨ ਨਹੀਂ ਤਾਂ ਫਿਰ ਕਰੋਨਾ ਰੋਕੂ ਟੀਕਾ ਲੱਗੇਗਾ ਕਿਵੇਂ? ਤਾਂ ਇਸ ਸਭ ਦੇ ਵਿਚਾਲੇ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਅਗਲੀ ਖੇਪ ਆਵੇ, ਸੈਂਟਰ ਦੇ ਵੱਲੋਂ ਭੇਜੀ ਜਾਵੇ, ਕਿਉਂਕਿ ਮੋਡਰਨਾ ਕੰਪਨੀ ਨੇ ਇਨਕਾਰ ਕਰ ਦਿੱਤਾ। ਯਾਨੀ ਕਿ ਜਿਹੜੀ ਇੱਕ ਪੰਜਾਬ ਸਰਕਾਰ ਦੀ ਕੋਸ਼ਿਸ਼ ਸੀ ਡਾਇਰੈਕਟ ਖਰੀਦਣ ਦੀ, ਉਸ ਤੋਂ ਤਾਂ ਫਿਲਹਾਲ ਮੋਡਰਨਾ ਨੇ ਤਾਂ ਇਨਕਾਰ ਕਰ ਦਿੱਤਾ ਹੈ। ਤੇ ਸਭ ਦੇ ਵਿਚਾਲੇ ਹੁਣ ਇੰਤਜ਼ਾਰ ਇੱਕ ਵਾਰ ਫਿਰ ਤੋਂ ਹੋਏਗਾ ਕਿ ਸੈਂਟਰ ਦੀ ਸਰਕਾਰ ਵੈਕਸੀਨ ਦੀ ਖੇਪ ਭੇਜੇ। ਹੁਣ ਗੱਲ ਕਰਾਂਗੇ ਨਿਊਜ਼ 18 ਪੰਜਾਬ ਦੀ ਇਸ ਮਹਾ ਚਰਚਾ ਦੀ 22 ਦਾ ਡੀ ਫੈਕਟਰ। ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਉਹ ਸੂਬਾ ਜਿੱਥੇ ਸਭ ਤੋਂ ਜ਼ਿਆਦਾ ਦਲਿਤ ਵੋਟ ਬੈਂਕ ਹੈ ਪੂਰੇ ਦੇਸ਼ ਦੇ ਵਿੱਚੋਂ, ਉਸ ਸੂਬੇ ਦੇ ਵਿੱਚ ਦਲਿਤ ਵੋਟ ਬੈਂਕ ਜਾਂ ਦਲਿਤ ਭਾਈਚਾਰਾ ਕਿੰਨਾ ਵੱਡਾ ਫੈਕਟਰ ਹੈ ਸੱਤਾ ਦੇ ਲਈ। ਸਿਆਸੀ ਪਾਰਟੀਆਂ ਸਮਝਦੀਆਂ ਨੇ ਤੇ ਇਸ ਵਿਚਾਲੇ ਐਲਾਨ ਵੀ ਵੱਡੇ ਵੱਡੇ ਮੌਜੂਦਾ ਸਮੇਂ ਦੇ ਵਿੱਚ ਹੁੰਦੇ ਹੋਏ ਨਜ਼ਰ ਆਏ ਨੇ।
ਗੱਲਬਾਤ ਅਸੀਂ ਕਰਾਂਗੇ। ਇਸ ਸਮੇਂ ਸਾਡੇ ਨਾਲ ਖਾਸ ਮਹਿਮਾਨ ਜੁੜ ਰਹੇ ਨੇ। ਜਸਬੀਰ ਸਿੰਘ ਗੜੀ ਜੀ ਜੁੜ ਰਹੇ ਨੇ ਸਾਡੇ ਨਾਲ, ਪ੍ਰਧਾਨ ਨੇ ਪੰਜਾਬ ਬੀਐਸਪੀ ਦੇ। ਜਸਬੀਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਜਸਬੀਰ ਜੀ, ਮੈਂ ਸ਼ੁਰੂਆਤ ਕਰਨ ਜਾ ਰਿਹਾ ਪਹਿਲਾ ਸਵਾਲ ਇਹੀ, ਕਿਉਂਕਿ ਪਿਛਲੇ ਕੁਝ ਦਿਨਾਂ 'ਚ ਤੁਸੀਂ ਚਰਚਾ ਤਾਂ ਬਹੁਤ ਸੁਣੀ ਹੋਣੀ ਹੈ, ਕੋਈ ਡਿਪਟੀ ਸੀਐਮ, ਕੋਈ ਸੀਐਮ, ਦਲਿਤ ਵਰਗ ਦੇ ਲਈ ਬਹੁਤ ਸਾਰੇ ਐਲਾਨ, ਪਰ ਇਸ ਸਭ ਦੇ ਵਿਚਾਲੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ 2022 ਦੇ ਲਈ ਬੀਐਸਪੀ ਦੇ ਕੋਲ ਕੀ ਪਲਾਨ ਹੈ, ਬੀਐਸਪੀ ਕਿਸ ਪਲਾਨ ਦੇ ਉੱਤੇ ਇਸ ਸਮੇਂ ਕੰਮ ਕਰ ਰਹੀ ਹੈ। ਜਸਬੀਰ ਜੀ, ਲੱਗ ਰਿਹਾ ਤੁਸੀਂ ਆਪਣਾ ਮਾਈਕ ਅਨਮਿਊਟ ਨਹੀਂ ਕੀਤਾ। ਤੁਸੀਂ ਆਪਣਾ ਮਾਈਕ ਅਨਮਿਊਟ ਕਰ ਲਓ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਹਾਂ, ਹੁਣ ਤੁਹਾਡੀ ਆਵਾਜ਼ ਆ ਰਹੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਧੰਨਵਾਦ ਜੀ। ਬਹੁਜਨ ਸਮਾਜ ਪਾਰਟੀ ਦੇਸ਼ ਦੀ ਤੀਸਰੇ ਨੰਬਰ ਦੀ ਵੋਟਾਂ ਦੇ ਲਿਹਾਜ਼ ਨਾਲ ਰਾਸ਼ਟਰੀ ਪਾਰਟੀ ਆ, ਜਿਹਦੇ ਕੋਲ 2.25 ਕਰੋੜ ਦੇ ਲਗਭਗ ਵੋਟਾਂ ਨੇ, ਔਰ ਜਿਹਨੂੰ ਇੱਕ ਪੰਜਾਬੀ ਨੇ ਬਣਾਇਆ। ਸਾਹਿਬ ਕਾਸ਼ੀ ਰਾਮ ਜੀ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਸੀਗੇ, ਜਿਹਨੂੰ ਅੱਜ ਸਾਹਿਬ ਕਾਸ਼ੀ ਰਾਮ ਜੀ ਤੋਂ ਬਾਅਦ ਭੈਣ ਕੁਮਾਰੀ ਮਾਇਆਵਤੀ ਜੀ ਅਗਵਾਈ ਕਰ ਰਹੇ ਆ। ਔਰ ਐਡੀ ਬੜੀ ਪਾਰਟੀ, ਇੱਕ ਮਜ਼ਦੂਰਾਂ ਨੇ, ਸਾਈਕਲ ਤੇ ਚੱਲਣ ਵਾਲਿਆਂ ਨੇ, ਜੁੱਤੀਆਂ ਗੰਢਣ ਵਾਲਿਆਂ ਨੇ, ਛੋਟੇ ਦੁਕਾਨਦਾਰਾਂ ਨੇ, ਛੋਟੇ ਜਿਹੜਾ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਰਾਜਨੀਤੀ 'ਚ ਸਫਲਤਾ ਦੇ ਲਈ ਸੰਘਰਸ਼ ਕਰਦੀ ਰਹੀ ਆ। ਲੇਕਿਨ ਇਸ ਵਾਰੀ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਨੇ ਜਿਹੜੀ ਯੋਜਨਾਬੰਦੀ ਕੀਤੀ ਆ, ਉਹ ਬੜੇ ਅੱਛੇ ਤਰੀਕੇ ਨਾਲ ਕੀਤੀ ਆ ਕਿ ਪੰਜਾਬ ਦੇ ਵਿੱਚ ਇਸ ਵਾਰੀ ਜਿਹੜਾ ਵਿਰੋਧੀ ਧਿਰ ਵਾ ਉਹ ਬੁਰੀ ਤਰ੍ਹਾਂ ਨਾਲ ਖਿਲਰਿਆ ਹੋਇਆ ਆ ਜੀ। ਕਿਉਂਕਿ ਬਹੁਜਨ ਸਮਾਜ ਪਾਰਟੀ 1997 ਚ ਆਖਰੀ ਵਾਰੀ ਐਮਐਲਏ ਜਿੱਤਿਆ ਸੀ, ਜਦੋਂ ਕਿ 1996 ਚ ਸਾਡੇ ਕੋਲ 3 ਮੈਂਬਰ ਪਾਰਲੀਮੈਂਟ ਸੀ, 1992 ਦੇ ਵਿੱਚ ਸਾਡੇ ਕੋਲ 9 ਐਮਐਲਏ ਸੀ, 91 ਚ ਇੱਕ ਐਮਪੀ ਸੀਗਾ, 99 ਚ ਇੱਕ ਐਮਪੀ ਸੀਗਾ। ਬੜਾ ਗਲੋਰੀਅਸ ਪਾਸਟ ਰਿਹਾ ਬਹੁਜਨ ਸਮਾਜ ਪਾਰਟੀ ਦਾ। ਲੇਕਿਨ 97 ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਗੱਠਜੋੜ ਬਣੇ, ਬਹੁਜਨ ਸਮਾਜ ਪਾਰਟੀ ਦਾ ਜਿਹੜਾ ਹਮੇਸ਼ਾ ਮੁਕਾਬਲਾ 2022 ਤੱਕ ਆਉਂਦੇ ਗੱਠਜੋੜਾਂ ਨਾਲ ਰਿਹਾ। ਬਹੁਜਨ ਸਮਾਜ ਪਾਰਟੀ ਕੋਲ ਕੋਈ ਇਹੋ ਜਿਹਾ ਬਦਲ ਪ੍ਰਬੰਧ ਨਹੀਂ ਸੀਗਾ ਕਿ ਉਹ ਵੀ ਗੱਠਜੋੜਾਂ ਦਾ ਮੁਕਾਬਲਾ ਗੱਠਜੋੜਾਂ ਨਾਲ ਕਰ ਸਕੇ। ਔਰ ਗੱਠਜੋੜਾਂ ਦੇ ਸਾਹਮਣੇ ਕੱਲੀ ਲੜੀ ਬੀਐਸਪੀ ਜਿਹੜੀ ਬਿਨਾਂ ਸਾਧਨਾ ਤੋਂ ਲੜਦੀ ਸੀ, ਉਹ ਹਮੇਸ਼ਾ ਉਹ ਅੱਛਾ ਰਿਜ਼ਲਟ ਨਹੀਂ ਸੀ ਅਸੀਂ ਦੇ ਪਾਏ। ਲੇਕਿਨ 2022 ਦੇ ਵਿੱਚ ਜਦੋਂ ਹੁਣ ਅੱਜ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਬਿਖਰੀਆਂ ਹੋਈਆਂ, ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਬਿਖਰੀਆਂ ਹੋਈਆਂ, ਬਹੁਜਨ ਸਮਾਜ ਪਾਰਟੀ ਇਸ ਕੋਸ਼ਿਸ਼ ਦੇ ਵਿੱਚ ਵਾ ਕਿ ਅਸੀਂ ਇਸ ਵਾਰੀ ਜੋ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦੀ ਜੋ ਯੋਜਨਾਬੰਦੀ ਆ ਜੀ, ਉਹਨਾਂ ਦੀ ਜਿੱਦਾਂ ਦੀ ਕੰਸੋਲ ਮਿਲ ਰਹੀ ਆ, ਉਹ ਇਸ ਵਾਰੀ ਪੰਜਾਬ ਦੇ ਵਿੱਚ ਅੱਛਾ ਰਿਜ਼ਲਟ ਦਿਖਾਉਣ ਦੀ ਆ। ਔਰ ਇਸ ਗੱਲ ਦੀ ਵੀ ਗੜੀ ਸਾਹਿਬ, ਮੈਂ ਇਸੇ ਕਰਕੇ ਜਾਣਨਾ ਚਾਹ ਰਿਹਾ ਸੀ, ਕਿਉਂਕਿ ਜਿਹੜੇ ਬੀਐਸਪੀ ਦੇ ਨਾਲ ਜੁੜੇ ਲੋਕ ਨੇ ਜਾਂ ਜਿਹੜਾ ਦਲਿਤ ਵੋਟ ਬੈਂਕ ਹੈ ਪੰਜਾਬ ਦਾ, ਉਹ ਜਾਣਨਾ ਚਾਹੁੰਦਾ ਕਿ ਬੀਐਸਪੀ ਦੇ ਕੋਲ ਪਲਾਨ ਕੀ ਹੈ। ਤੁਸੀਂ ਕਹਿ ਰਹੇ ਹੋ ਕਿ ਵਧੀਆ ਯੋਜਨਾਬੰਦੀ ਹੈ ਇਸ ਵਾਰ, ਦੱਸੋ ਲੋਕਾਂ ਨੂੰ ਕੀ ਇਸ ਵਾਰ ਤੁਹਾਡੇ ਕੋਲ ਪਲਾਨ ਹੈ ਕਿ ਤੁਸੀਂ ਆਪਣਾ ਖਾਤਾ ਖੋਲ ਸਕੋ। 1997 ਤੋਂ ਬਾਅਦ ਤੁਸੀਂ ਖੁਦ ਜ਼ਿਕਰ ਕਰ ਰਹੇ ਹੋ ਕਿ ਇੱਕ ਲੰਬਾ ਵਕਫਾ ਹੋ ਗਿਆ। ਕਿਸੇ ਵੀ ਪਾਰਟੀ ਲਈ ਜ਼ਰੂਰੀ ਹੁੰਦਾ ਕਿ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਜਾ ਕੇ ਬੈਠਣ ਵਿਧਾਨ ਸਭਾ ਦੇ ਵਿੱਚ ਜਾਂ ਜਾ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੈਠਣ। ਲੰਬਾ ਅਰਸਾ ਹੋ ਗਿਆ ਬੀਐਸਪੀ ਨੂੰ ਉਹ ਮੌਕਾ ਨਹੀਂ ਮਿਲਿਆ ਪੰਜਾਬ ਦੇ ਵਿੱਚ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਦਰੁਸਤ ਕਰਦਾ ਹਾਂ, ਲੇਕਿਨ ਕਿਉਂਕਿ ਵੋਟਾਂ ਰਾਜਨੀਤੀ ਇਹ ਮੈਦਾਨੇ ਜੰਗ ਹੈ, ਔਰ ਮੈਦਾਨੇ ਜੰਗ ਦਾ ਵਿੱਚ ਰਣਨੀਤੀ ਦਾ ਖੁਲਾਸਾ ਜਿਹੜਾ ਆ ਉਹ ਹਮੇਸ਼ਾ ਸੈਨਾਪਤੀ ਕਰਿਆ ਕਰਦੇ ਆ। ਮੈਂ ਬਹੁਜਨ ਸਮਾਜ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆ, ਬਹੁਤ ਛੋਟਾ ਜਿਹਾ ਵਰਕਰ ਹੈ, ਔਰ ਸਾਡੇ ਸੈਨਾਪਤੀ ਭੈਣ ਕੁਮਾਰੀ ਮਾਇਆਵਤੀ ਜੀ ਆ, ਔਰ ਇਸ ਗੱਲ ਦਾ ਖੁਲਾਸਾ ਜਿਹੜਾ ਆ ਉਹ ਆਉਣ ਵਾਲੇ ਸਮੇਂ 'ਚ ਜ਼ਰੂਰ ਕਰਨਗੇ। ਪਰ ਗੜੀ ਸਾਹਿਬ, ਪੰਜਾਬ ਦੇ ਸੈਨਾਪਤੀ ਤੁਸੀਂ ਹੋ ਸਕਦਾ ਹੈ ਕਿ ਤੁਸੀਂ 100% ਖੁਲਾਸਾ ਨਾ ਕਰੋ, ਪਰ 30, 40, 50% ਕੁਝ ਦੱਸੋ ਲੋਕਾਂ ਨੂੰ। ਬੀਐਸਪੀ ਦੇ ਵਰਕਰਾਂ ਤੱਕ ਗੱਲ ਪਹੁੰਚੇਗੀ ਨਿਊਜ਼ 18 ਦੇ ਜ਼ਰੀਏ। ਬਹੁਤ ਸਾਰੇ ਲੋਕ ਦੇਖਦੇ ਨੇ ਨਿਊਜ਼ 18 ਪੰਜਾਬ, ਨੰਬਰ 1 ਚੈਨਲ ਹੈ। ਤੁਹਾਡੀ ਇਹ ਗੱਲ ਅੱਜ ਤੁਹਾਡੇ ਵਰਕਰਾਂ ਤੱਕ ਡਾਇਰੈਕਟ ਪਹੁੰਚੇਗੀ। ਮੈਂ ਇਸ ਕਰਕੇ ਜਾਣਨਾ ਚਾਹ ਰਿਹਾ ਕਿ ਦੱਸੋ 20-50% ਕਿਆ ਸਟ੍ਰੈਟਜੀ ਅਸੀਂ ਉਲੀਕੀ ਹੈ ਤੇ ਅਸੀਂ ਇਸ ਦੇ ਹਿਸਾਬ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਭਵਿੱਖ ਵਾਲੀ ਰਾਜਨੀਤੀ ਦਾ ਖੁਲਾਸਾ ਤਾਂ ਰਾਸ਼ਟਰੀ ਪ੍ਰਧਾਨ ਜੀ ਕਰਨਗੇ, ਲੇਕਿਨ ਮੈਂ 2019 ਦਾ ਇੱਕ ਖਾਕਾ ਤੁਹਾਡੇ ਸਾਹਮਣੇ ਰੱਖ ਸਕਦਾ ਆ। ਜਦੋਂ ਪੰਜਾਬ ਦੇ ਵਿੱਚ ਵੱਖ-ਵੱਖ ਵਿਰੋਧੀ ਧਿਰ ਖਿਲ ਰਿਹਾ, ਵੱਖ-ਵੱਖ ਪਾਰਟੀਆਂ, ਛੋਟੀਆਂ ਪਾਰਟੀਆਂ ਖੜੀਆਂ ਹੋਈਆਂ ਪੰਜਾਬ ਦੇ ਵਿੱਚ, ਔਰ ਚਿਹਰੇ ਜਿਹੜੇ ਖਿੱਤੇਵਾਰ ਚਿਹਰੇ ਸੀਗੇ ਉਹ ਕੋਲੇ ਖੜੇ ਹੋਏ, ਤਾਂ ਬਹੁਜਨ ਸਮਾਜ ਪਾਰਟੀ ਨੇ ਤੁਰੰਤ ਮੋਰਚਾ ਸੰਭਾਲਿਆ ਔਰ ਮੌਕਾ ਸੰਭਾਲਿਆ, ਔਰ ਉਹਦੇ ਚ ਛੋਟੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਇੱਕ ਪੀਡੀਏ ਨਾਂ ਦਾ ਗਠਬੰਧਨ ਜਿਹੜਾ ਹੋਂਦ ਵਿੱਚ ਲਿਆਂਦਾ। ਔਰ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦੀ ਯੋਜਨਾਬੰਦੀ ਤੁਸੀਂ ਦੇਖੋ ਵੀ ਖਿੱਤਿਆਂ ਦੇ ਚਿਹਰੇ ਸੀ ਜਿਨ੍ਹਾਂ ਕੋਲ ਕੋਈ ਬਹੁਤ ਵੱਡੀ ਤਾਕਤ ਨਹੀਂ ਸੀ। ਜਿੱਦਾਂ ਲੁਧਿਆਣਾ ਲੈ ਲਓ, ਮਾਨਯੋਗ ਸ਼੍ਰੀ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਹਿਬ ਸੀਗੇ, ਭਲਾਥੇ ਏਰੀਏ ਤੋਂ ਮਾਨਯੋਗ ਖਹਿਰਾ ਸਾਹਿਬ ਸੀਗੇ, ਪਟਿਆਲੇ ਤੋਂ
ਸ਼੍ਰੀ ਡਾਕਟਰ ਧਰਮਵੀਰ ਗਾਂਧੀ ਜੀ ਸੀਗੇ, ਉਧਰੋਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਸੀਗੇ ਤਰਨਤਾਰਨ ਤੋਂ, CPI CPI, ਅਸੀਂ ਇਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਔਰ ਇਕੱਠਾ ਕਰਕੇ ਪੰਜਾਬ ਦੇ ਵਿੱਚ ਇੱਕ ਬਦਲ ਬਣਨ ਦੀ ਜਿਹੜਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ, ਜਿਹਦੇ 14 ਲੱਖ ਵੋਟ ਜਿਹੜੀ ਆ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਇਹ PDA ਗਠਬੰਧਨ ਸੀ ਇਹ ਲੈ ਕੇ ਗਿਆ ਜੀ। 14 ਲੱਖ ਵੋਟ ਬੜੀ, ਹਾਲਾਂਕਿ ਬੜਾ ਸ਼ਾਰਟ ਪੀਰੀਅਡ ਕੰਮ ਕਰਨ ਲਈ ਮਿਲਿਆ ਸੀ ਇਸ ਗੱਠਜੋੜ ਨੂੰ। ਔਰ ਆ ਜਿਹੜਾ 2022 ਵੀ ਆ, ਸਾਨੂੰ ਇਸ ਗੱਲ ਦਾ ਪੰਜਾਬੀਆਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਚਾਹੀਦਾ, ਪੰਜਾਬ ਦੇ ਵੋਟਰਾਂ ਨੂੰ, ਵਰਕਰਾਂ ਨੂੰ, ਸਮਰਥਕਾਂ ਨੂੰ, ਔਰ ਪੰਜਾਬ ਦੇ ਜਿਹੜੇ ਪੋਲੀਟੀਕਲ ਜਿਹੜੇ ਪੰਡਤ ਨੇ ਉਹਨਾਂ ਨੂੰ ਵੀ ਮੈਂ ਇਸ ਗੱਲ ਦੀ ਨਿਮਰਤਾ ਸਹਿਤ ਸਿਰ ਨਵਾ ਕੇ ਬੇਨਤੀ ਕਰਦਾ ਕਿ ਥੋੜਾ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਆ, ਕਿਉਂਕਿ ਜੋੜ ਤੋੜ ਜਿਹੜੀਆਂ ਪੋਲੀਟੀਕਲ ਡਿਵੈਲਪਮੈਂਟਸ ਨੇ ਉਹ ਸ਼ੇਅਰ ਬਾਜ਼ਾਰ ਦੀ ਤਰ੍ਹਾਂ ਬੜਾ ਉਠਕ ਪਟਕ ਚੱਲ ਰਹੀ ਆ ਜੀ। ਸ਼ੇਅਰ ਬਾਜ਼ਾਰ ਦੀ ਤਰ੍ਹਾਂ ਬੜੀ ਉਠਕ ਪਟਕ ਚੱਲ ਰਹੀ, ਸਾਨੂੰ ਇਸ ਉਠਕ ਪਟਕ ਦੇ ਵਿੱਚ ਸ਼ੇਅਰ ਬਾਜ਼ਾਰ ਦਾ ਜਿਹੜਾ ਹੈਗਾ ਆ ਉਹ ਸਬਰ ਰੱਖ ਕੇ ਜਿਹੜਾ ਹੈਗਾ ਆ ਸਾਨੂੰ, ਕਿਉਂਕਿ ਅਸੀਂ ਜੀ ਮੈਂ ਅਗਲੇ ਸਵਾਲ ਦੇ ਵੱਲ ਵਧਾਂ। ਤੁਸੀਂ ਗੱਠਜੋੜ ਦਾ ਜ਼ਿਕਰ ਕੀਤਾ ਕਿ ਸਾਨੂੰ ਪਿਛਲੇ 2 ਦਹਾਕਿਆਂ ਦੇ ਵਿੱਚ ਗੱਠਜੋੜ ਜਿਸ ਤਰੀਕੇ ਨਾਲ ਪੰਜਾਬ 'ਚ ਹੋਏ ਉਹਨਾਂ ਦਾ ਸਾਹਮਣਾ ਕਰਨਾ ਪਿਆ। ਗੱਠਜੋੜ ਵੱਡੇ, ਜੇ ਮੈਂ ਪੰਜਾਬ ਦਾ ਜ਼ਿਕਰ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ BJP ਦਾ ਹੀ ਜ਼ਿਕਰ ਹੁੰਦਾ, ਪਰ ਗੱਠਜੋੜ ਦਾ ਜ਼ਿਕਰ ਤੁਸੀਂ ਕਰ ਰਹੇ ਹੋ। BSP 2022 ਦੇ ਵਿੱਚ ਕਿਸੇ ਗੱਠਜੋੜ ਨਾਲ ਜਾ ਸਕਦੀ ਹੈ ਜਾਂ ਇਕੱਲੇ? ਦੇਖੋ, ਮੈਂ ਜਾਣਾ ਨਹੀਂ ਜਾਣਾ ਇਹਦਾ ਫੈਸਲਾ ਮੈਂ ਫਿਰ ਬੇਨਤੀ ਕਰਦਾ ਕਿ ਰਾਸ਼ਟਰੀ ਨੇਤਾ ਨੇ ਕਰਨਾ, ਲੇਕਿਨ ਮੈਂ ਇੱਕ ਗੱਲ ਕਹਿ ਸਕਦਾ ਆ ਕਿ ਸਾਡੇ ਲਈ ਅੱਜ ਦੇ ਦਿਨ ਪੋਲੀਟੀਕਲ ਤੌਰ ਤੇ ਜੇ ਕੋਈ ਅਨਟੱਚੇਬਲ ਪਾਰਟੀ ਆ ਜਿਹਦੇ ਨਾਲ ਅਸੀਂ ਬਿਲਕੁਲ ਨਹੀਂ ਜਾ ਸਕਦੇ, ਉਹ ਭਾਰਤੀ ਜਨਤਾ ਪਾਰਟੀ ਆ। ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੇ ਹਮੇਸ਼ਾ ਇਸ ਗੱਲ ਤੇ, ਹਰ ਬਿੰਦੂ ਤੇ, ਹਰ ਉਹਨਾਂ ਦਾ ਦੂਏ ਚੌਥੇ ਬਿਆਨ ਆਉਂਦਾ ਆ ਕਿ ਦੇਸ਼ ਦੇ ਵਿੱਚ ਸਾਡੀ ਸਭ ਤੋਂ ਵੱਡੀ ਜਿਹੜੀ ਦੁਸ਼ਮਣ ਨੰਬਰ 1 ਪਾਰਟੀ ਆ ਉਹ ਭਾਰਤੀ ਜਨਤਾ ਪਾਰਟੀ ਆ। ਇਸ ਕਰਕੇ ਸਾਨੂੰ ਇਹ ਮੰਨਣਾ ਚਾਹੀਦਾ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਕਦੇ ਨਹੀਂ ਜਾਏਗੀ। ਠੀਕ ਹੈ, BJP ਨਾਲ ਨਹੀਂ ਜਾਏਗੀ, ਕਾਂਗਰਸ ਨਾਲ? ਮੈਂ ਫਿਰ ਬੇਨਤੀ ਕਰਦਾ ਕਿ ਮੈਂ ਛੋਟਾ ਜਿਹਾ ਵਰਕਰ ਹੈ, ਪ੍ਰੈਜ਼ੀਡੈਂਟ ਔਰ ਬੂਥ ਦਾ ਵਰਕਰ ਬਹੁਜਨ ਸਮਾਜ ਪਾਰਟੀ ਵਿੱਚ ਅਨੁਸ਼ਾਸਨ ਦੇ ਦਾਇਰੇ 'ਚ ਇੱਕੋ ਜਿਹੀ ਪੋਸਟ ਹੈ, ਬੂਥ ਦਾ ਵਰਕਰ ਔਰ ਸਟੇਟ ਪ੍ਰੈਜ਼ੀਡੈਂਟ। ਮਤਲਬ ਤੁਸੀਂ ਕਹਿ ਰਹੇ ਹੋ ਕਿ BJP ਨੂੰ ਛੱਡ ਕੇ ਸਾਰੇ ਬਦਲ ਖੁੱਲੇ ਨੇ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਉਹ ਕਾਂਗਰਸ ਦਾ ਹੋਵੇ ਜਾਂ ਆਮ ਆਦਮੀ ਪਾਰਟੀ ਦਾ ਹੋਵੇ, ਜਾਂ ਫਿਰ ਜਿਵੇਂ PDA ਪਿਛਲੀ ਵਾਰ 2019 ਚ ਬਣ ਗਿਆ ਸੀ, ਚਾਹੇ ਉਹ ਬਦਲ ਹੋਵੇ। ਜੀ ਗੜੀ ਸਾਹਿਬ, ਤੁਸੀਂ ਸਹੀ ਕਿਹਾ ਆ, ਮੇਰੇ ਵਿਚਾਰ ਇਦਾਂ ਦੇ ਹੈ ਜੀ। ਅੱਛਾ, ਇਹ ਵੀ ਜਾਣਨਾ ਚਾਹਾਂਗੇ ਕਿ ਸਿਆਸਤ ਦਾ ਤੁਸੀਂ ਵੀ ਇਸ ਸਮੇਂ ਪੰਜਾਬ ਦੀ ਦੇਖ ਰਹੇ ਹੋ, ਲੱਗਦਾ ਕਿ BSP ਇਕੱਲੇ ਜਾ ਕੇ ਨੁਕਸਾਨ ਚ ਰਹਿ ਸਕਦੀ ਹੈ? ਦੇਖੋ, ਅਗਰ BSP ਦੇ ਸਾਹਮਣੇ ਗੱਠਜੋੜ ਹੋਣਗੇ ਜਿੱਦਾਂ ਪਿਛਲੇ ਸਮਿਆਂ 'ਚ ਹੋਇਆ, ਕਦੀ ਕਾਂਗਰਸ ਕਮਿਊਨਿਸਟ ਪਾਰਟੀਆਂ ਦਾ ਗੱਠਜੋੜ ਸਾਡੇ ਸਾਹਮਣੇ ਹੁੰਦਾ ਸੀ, ਕਦੇ ਅਕਾਲੀ ਭਾਜਪਾ ਦਾ ਗੱਠਜੋੜ ਸਾਡੇ ਸਾਹਮਣੇ ਹੁੰਦਾ ਸੀ, ਔਰ ਗੱਠਜੋੜਾਂ ਦੇ ਸਾਹਮਣੇ ਕੱਲੀ ਪਾਰਟੀ ਲੜੂਗੀ। ਦੇਖੋ, ਇੱਕ ਪਾਸੇ 2 ਪਹਿਲਵਾਨ ਆ ਜਾਣ, ਇੱਕ ਪਾਸੇ ਪਹਿਲਵਾਨ ਕੱਲਾ ਹੋਵੇ ਔਰ ਕੱਲਾ ਵੀ ਕਮਜ਼ੋਰ ਹੋਵੇ ਤੇ ਉਹਦਾ ਜਿਹੜਾ ਨਤੀਜਾ ਹੈ ਉਹ ਪਤਾ ਹੀ ਹੁੰਦਾ ਆ। ਲੇਕਿਨ ਇਸ ਵਾਰੀ ਸਾਰੇ ਪਹਿਲਵਾਨ ਕੱਲੇ ਲੜਨਗੇ ਔਰ ਪੰਜਾਬ ਦੇ ਵਿੱਚ 12 ਤੋਂ 15 20 ਸੀਟਾਂ ਇਹੋ ਜਿਹੀਆਂ ਨੇ ਜਿੱਥੇ ਬਹੁਜਨ ਸਮਾਜ ਪਾਰਟੀ 20% ਤੋਂ ਲੈ ਕੇ 30% ਤੱਕ ਵੋਟਾਂ ਗੇਨ ਕਰਦੀ ਆ ਜੀ। ਜੇ 4 ਕੋਣਾ 5 ਕੋਣਾ ਮੁਕਾਬਲਾ ਹੋਵੇ ਤਾਂ ਬਹੁਜਨ ਸਮਾਜ ਪਾਰਟੀ ਇਹਨਾਂ 20-30% ਵੋਟਾਂ ਦੇ ਨਾਲ ਵੀ ਸੀਟਾਂ ਕੱਢੇਗੀ ਔਰ ਖਾਤਾ ਖੋਲੇਗੀ, ਅੱਛਾ ਖਾਤਾ ਖੋਲੇਗੀ। ਦੇਖੋ, ਮੈਂ ਵਾਰ-ਵਾਰ ਇਸ ਕਰਕੇ ਪੁੱਛ ਰਿਹਾ ਸੀ ਕਿਉਂਕਿ ਸਮਾਂ ਤਾਂ ਬਹੁਤ 2022 ਨੂੰ ਘੱਟ ਹੈ, ਇਹ 2-4-6 ਮਹੀਨੇ ਐਵੇਂ ਲੰਘ ਜਾਂਦੇ ਆ, ਕਿਹਾ ਜਾਂਦਾ ਕਿ ਤਾਂ ਪਤਾ ਵੀ ਲੱਗਦਾ ਦਿਨਾਂ 'ਚ ਨਿਕਲ ਜਾਣੇ ਆ 6 ਮਹੀਨੇ। ਇਸ ਕਰਕੇ ਜਾਣਨਾ ਤੁਹਾਡੇ ਤੋਂ ਚਾਹ ਰਿਹਾ ਸੀ। ਤੇ ਇਸ ਵਿਚਾਲੇ ਸਵਾਲ ਇਹ ਵੀ ਹੈ, ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ, PDA ਵਾਲਾ ਵੀ ਜ਼ਿਕਰ ਕਰ ਦਿੱਤਾ ਕਿ ਦੇਖੋ ਵੱਡਾ ਵੋਟ ਸਾਨੂੰ ਮਿਲਿਆ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ 'ਚ, ਪਰ 2017 ਦੇ ਵਿੱਚ ਤਕਰੀਬਨ 1.5% ਤੁਹਾਡਾ ਵੋਟ ਪਰਸੈਂਟੇਜ ਰਹਿ ਗਿਆ, ਕਰੀਬ 3% 2012 ਦੇ ਨਾਲੋਂ ਵੀ ਹੇਠਾਂ ਆ ਗਿਆ। ਕੀ ਵਜ੍ਹਾ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਨੇ ਡੈਂਟ ਕੀਤਾ, ਨਵੀਂ ਪਾਰਟੀ ਉੱਠੀ ਸੀ ਡੈਂਟ ਕਰ ਗਈ, ਜਾਂ ਫਿਰ ਕਾਂਗਰਸ ਨੇ ਡੈਂਟ ਕੀਤਾ? ਕਿਉਂਕਿ 34 ਸੀਟਾਂ ਰਿਜ਼ਰਵ ਨੇ ਪੰਜਾਬ ਦੇ ਵਿੱਚ, ਜੋ 117 ਦੇ ਵਿੱਚੋਂ, ਉਹਨਾਂ ਦੇ ਵਿੱਚੋਂ 22 ਸੀਟਾਂ ਕਾਂਗਰਸ ਜਿੱਤਣ 'ਚ ਕਾਮਯਾਬ ਰਹੀ ਹੈ। ਕਿਸ ਨੇ ਡੈਂਟ ਕੀਤਾ BSP ਦੇ ਵੋਟ ਬੈਂਕ ਨੂੰ? ਦੇਖੋ, ਹਮੇਸ਼ਾ ਪੰਜਾਬ ਜਿਹੜਾ ਆ ਇੱਕ ਤਬਦੀਲੀ ਪਸੰਦ ਸੂਬਾ ਆ। ਪੰਜਾਬ ਦੇ ਲੋਕ ਤਬਦੀਲੀ ਪਸੰਦ ਲੋਕ ਨੇ, ਇਹ ਹਮੇਸ਼ਾ ਹੀ ਨਵਾਂ ਸਵਾਦ, ਨਵਾਂ ਜਾਇਕਾ ਲੈਣ ਦੇ ਆਦੀ ਲੋਕ ਨੇ ਪੰਜਾਬ ਦੇ। ਔਰ ਤੁਸੀਂ ਦੇਖੋ, ਹਿਸਟਰੀ ਵੀ ਇਹ ਦੱਸਦੀ ਆ ਕਿ ਜਦੋਂ ਆਰੀਆ ਸਮਾਜੀਆਂ ਦੀ ਲਹਿਰ ਆਈ, ਸਵਾਮੀ ਦਇਆਨੰਦ ਸਰਸਵਤੀ ਜੀ ਆਏ, ਤਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦਾ ਸਾਰਾ ਹੀ ਟੱਬਰ ਆਰੀਆ ਸਮਾਜੀ ਔਰ ਸਾਰਾ ਹੀ ਸਾਡੀ ਬੈਲਟ ਪੰਜਾਬ ਦੀ ਆਰੀਆ ਸਮਾਜੀ ਹੋ ਗਈ ਸੀ। ਇਸੇ ਤਰ੍ਹਾਂ 89 ਦੇ ਵਿੱਚ ਤੁਸੀਂ ਦੇਖੋ, ਪੰਜਾਬ ਦੇ ਵਿੱਚ ਇੱਕ ਯੂਨਾਈਟਿਡ ਅਕਾਲੀ ਦਲ ਔਰ ਪੰਥਕ ਧਿਰਾਂ ਦਾ ਮਾਮਲਾ ਚੱਲਿਆ ਤਾਂ 13 ਦੇ ਵਿੱਚੋਂ 11 ਸੀਟਾਂ ਕਲੀਨ ਵਾਸ਼ ਹੋ ਗਈਆਂ ਉਹਨਾਂ ਦਾ ਟੋਟਲੀ। ਔਰ ਇਸੇ ਤਰ੍ਹਾਂ ਜਿਹੜਾ ਆਮ ਆਦਮੀ ਪਾਰਟੀ ਵੀ ਆ, ਇਹ ਕਿੱਦਾਂ ਦਾ
ਇੱਕ ਭਵਿੱਖ ਦਾ ਇਲੂਜ਼ਨ ਲੈ ਕੇ ਆਏ, ਇੱਕ ਮ੍ਰਿਗ ਤ੍ਰਿਸ਼ਨਾ ਲੈ ਕੇ ਆਏ ਕਿ ਪੰਜਾਬ ਦਾ ਭਵਿੱਖ ਅਸੀਂ ਸਵਾਰਾਂਗੇ, ਪੰਜਾਬ ਨੂੰ ਅਸੀਂ ਅੱਛਾ ਪ੍ਰਸ਼ਾਸਨ ਦੇਵਾਂਗੇ। ਉਸ ਇਲੂਜ਼ਨ ਦੇ ਵਿੱਚ ਜਿਹੜਾ ਪੰਜਾਬ ਹੈ ਗੁੰਮਰਾਹ ਹੋਇਆ ਔਰ ਉਹ ਡੈਂਟ ਜਿਹੜਾ ਆ ਉਹ ਕੱਲਾ ਬਹੁਜਨ ਸਮਾਜ ਪਾਰਟੀ ਨੂੰ ਨਹੀਂ, ਉਹ ਸ਼੍ਰੋਮਣੀ ਅਕਾਲੀ ਦਲ ਵੀ ਤੁਸੀਂ ਦੇਖੋ 35% ਤੋਂ 23% ਤੇ ਆ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਨੂੰ ਵੀ ਡੈਂਟ ਪਾਇਆ, ਕਮਿਊਨਿਸਟ ਪਾਰਟੀਆਂ ਨੂੰ ਵੀ ਡੈਂਟ ਪਾਇਆ, ਕੱਲੀ ਆਮ ਆਦਮੀ ਪਾਰਟੀ ਨਹੀਂ। 2012 ਚ ਪੀਪੀਪੀ ਬਣੀ, ਉਹਨਾਂ ਨੇ ਵੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਖਟਕੜ ਕਲਾਂ ਮਿੱਟੀ ਮੱਥੇ ਨੂੰ ਲਾ ਕੇ ਸਹੁੰ ਖਾਧੀ, ਉਹ ਵੀ ਉਹਨਾਂ ਨੇ ਵੀ ਇਲੂਜ਼ਨ ਕ੍ਰੀਏਟ ਕੀਤਾ, ਇੱਕ ਮ੍ਰਿਗ ਤ੍ਰਿਸ਼ਨਾ ਪੰਜਾਬੀਆਂ ਲਈ ਕ੍ਰੀਏਟ ਕੀਤੀ। ਲੇਕਿਨ ਇਸ ਵਾਰੀ ਪੰਜਾਬੀ ਜਿਹੜੇ ਆ ਉਹ ਸਾਰੀ ਇਲੂਜ਼ਨ ਚੋਂ ਨਿਕਲ ਚੁੱਕੇ ਆ, ਮ੍ਰਿਗ ਤ੍ਰਿਸ਼ਨਾ ਚੋਂ ਵੀ ਨਿਕਲ ਚੁੱਕੇ ਆ। ਇਸ ਵਾਰੀ ਬਹੁਜਨ ਸਮਾਜ ਪਾਰਟੀ ਇੱਕ ਇਹੋ ਜਿਹਾ ਮਾਹੌਲ ਪੰਜਾਬੀਆਂ ਨੂੰ ਦੇਵੇਗੀ ਕਿ ਉਹ ਇਲੂਜ਼ਨ ਵਗੈਰਾ ਉਹ ਸਾਰੇ ਉਹ ਖਤਮ ਹੋ ਜਾਣਗੇ। ਮਾਇਆਵਤੀ ਦਾ ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ, ਸੁਪਰੀਮੋ ਨੇ ਤੁਹਾਡੇ ਪਾਰਟੀ ਦੇ, ਕਿ ਉਹ ਪੰਜਾਬ ਦਾ ਰੁਖ ਕਰਨਗੇ, ਕਿਉਂਕਿ ਸੇਮ ਟਾਈਮ ਇਹ ਵੀ ਇੱਕ ਬੀਐਸਪੀ ਪੰਜਾਬ ਬੀਐਸਪੀ ਦੇ ਲਈ ਸ਼ਾਇਦ ਇੱਕ ਵੱਡਾ ਚੈਲੰਜ ਹੈ ਕਿ ਜਦੋਂ ਯੂਪੀ 'ਚ ਇਲੈਕਸ਼ਨ ਹੁੰਦੇ ਨੇ ਤਾਂ ਸੇਮ ਟਾਈਮ ਪੰਜਾਬ 'ਚ ਵੀ ਹੁੰਦੇ ਨੇ, 5 ਸਟੇਟਸ ਦੇ ਹੁੰਦੇ ਨੇ, ਤਾਂ ਇੱਕ ਇਹ ਵੀ ਚੈਲੰਜ ਰਹਿ ਜਾਂਦਾ ਕਿ ਸ਼ਾਇਦ ਮਾਇਆਵਤੀ ਪੰਜਾਬ ਦੇ ਉੱਤੇ ਉਨਾ ਫੋਕਸ ਕਰ ਨਹੀਂ ਪਾਉਂਦੇ, ਇਸ ਕਰਕੇ ਬੀਐਸਪੀ ਅੱਜ ਇਸ ਮੁਕਾਮ ਦੇ ਉੱਤੇ ਖੜੀ ਹੈ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਨੂੰ ਆਪਣੇ ਵਿਧਾਇਕ ਜਾਂ ਫਿਰ ਐਮਪੀ ਨਹੀਂ ਮਿਲ ਪਾ ਰਹੇ। ਦੇਖੋ, ਨੈਸ਼ਨਲ ਪਾਰਟੀ ਆ ਬਹੁਜਨ ਸਮਾਜ ਪਾਰਟੀ, ਔਰ ਭੈਣ ਜੀ ਰਾਸ਼ਟਰੀ ਨੇਤਾ ਨੇ, ਔਰ ਉਹ ਰਾਸ਼ਟਰੀ ਨੇਤਾ ਦਾ ਮੁਕਾਬਲਾ ਤੁਸੀਂ ਰਾਸ਼ਟਰੀ ਨੇਤਾ ਨਾਲ ਕਰੋ। ਦੂਜੇ ਪਾਸੇ ਰਾਸ਼ਟਰੀ ਨੇਤਾ ਭਾਰਤੀ ਜਨਤਾ ਪਾਰਟੀ ਆ, ਉਹਨਾਂ ਦੇ ਰਾਸ਼ਟਰੀ ਨੇਤਾ ਜੇਪੀ ਨੱਡਾ ਸਾਹਿਬ ਨੇ, ਕਾਂਗਰਸ ਦੇ ਰਾਸ਼ਟਰੀ ਨੇਤਾ ਬੀਬੀ ਸੋਨੀਆ ਗਾਂਧੀ ਜੀ ਨੇ, ਤੇ ਔਰ ਇਸੇ ਤਰ੍ਹਾਂ ਸੀਪੀਆਈ ਸੀਪੀਐਮ ਨੇ, ਉਹਨਾਂ ਦੇ ਰਾਸ਼ਟਰੀ ਨੇਤਾ ਸੀਤਾਰਾਮ ਜੇਚਰੀ ਜੀ ਜਾਂ ਡੀ ਰਾਜਾ ਜੀ ਨੇ। ਤਾਂ ਤੁਸੀਂ ਦੇਖੋ ਬਈ ਉਹ ਰਾਸ਼ਟਰੀ ਨੇਤਾ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਉਹਨਾਂ ਦਾ, ਕਿਉਂਕਿ ਆਰਗੇਨਾਈਜੇਸ਼ਨ ਦਾ ਕੰਮ ਇੰਨਾ ਵੱਡਾ ਹੁੰਦਾ ਆ, ਤੇ ਉਹ ਸਟੇਟਾਂ 'ਚ ਜਾ ਕੇ ਸਮਾਂ ਸਾਰੀਆਂ ਪਾਰਟੀਆਂ ਦੇ ਨੈਸ਼ਨਲ ਨੇਤਾ ਸਾਰੇ ਹੀ ਕੱਟ ਦਿੰਦੇ ਨੇ। ਤੁਸੀਂ ਬੀਬੀ ਸੋਨੀਆ ਗਾਂਧੀ ਜੀ ਤੇ ਲਾ ਲਓ, ਪਿਛਲੇ 5 ਸਾਲਾਂ 'ਚ ਸਰਕਾਰ ਚੱਲ ਰਹੀ ਹੈ, ਦੱਸੋ ਕਦੋਂ ਆਏ? ਬਿਲਕੁਲ ਇੱਕ ਗੱਲ। ਔਰ ਜੇਪੀ ਨੱਡਾ ਸਾਹਿਬ ਨੇ ਬੀਜੇਪੀ ਦਾ, ਤੁਸੀਂ ਉਹਨਾਂ ਦੀ ਟਰਮ ਕੱਢ ਲਿਓ। ਨਹੀਂ ਠੀਕ ਹੈ, ਤੁਸੀਂ ਉਹ ਕੰਪੇਅਰ ਕਰ ਰਹੇ ਹੋ। ਗੜੀ ਸਾਹਿਬ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਮਾਫੀ ਚਾਹੁੰਦਾ ਵਿਚਾਲੇ ਤੁਹਾਨੂੰ ਰੋਕ ਰਹੇ ਹਾਂ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਬੀਐਸਪੀ ਪੰਜਾਬ ਦੇ ਵਿੱਚ ਕਿਸ ਰੋਲ ਦੇ ਵਿੱਚ ਨਜ਼ਰ ਆਉਂਦੀ ਹੈ ਆਉਣ ਵਾਲੇ ਦਿਨਾਂ 'ਚ ਸਾਫ਼ ਹੋਏਗਾ। ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਬੀਐਸਪੀ ਦੇ ਲੀਡਰ ਪਿਛਲੇ ਕੁਝ ਸਮੇਂ 'ਚ ਥੋੜੇ ਜਿਹੇ ਸੌਫਟ ਨਜ਼ਰ ਆਏ ਸੀ ਤਾਂ ਕਿ ਅਕਾਲੀ ਦਲ ਦੇ ਨਾਲ ਜਾ ਸਕਦੇ ਨੇ। ਹਾਲਾਂਕਿ ਜਸਬੀਰ ਸਿੰਘ ਗੜੀ ਇੱਕ ਚੀਜ਼ ਤਾਂ ਕਲੀਅਰ ਕਰ ਰਹੇ ਨੇ ਕਿ ਬਦਲ ਸਾਰੇ ਖੁੱਲੇ ਹੈ, ਚਾਹੇ ਉਹ ਕਾਂਗਰਸ ਵਾਲਾ ਹੋਵੇ, ਆਮ ਆਦਮੀ ਪਾਰਟੀ ਵਾਲਾ ਹੋਵੇ ਜਾਂ ਫਿਰ ਅਕਾਲੀ ਦਲ ਵਾਲਾ ਹੋਵੇ ਜਾਂ ਕੋਈ ਹੋਰ ਜੇਕਰ ਚੌਥਾ ਜਾਂ ਪੰਜਵਾਂ ਫਰੰਟ ਬਣਦਾ ਹੈ ਤਾਂ ਉਹ ਵੀ ਬਦਲ ਖੁੱਲਾ ਹੈ, ਬੀਜੇਪੀ ਵਾਲਾ ਬਦਲ ਛੱਡ ਕੇ। ਇਸੇ ਤਰ੍ਹਾਂ ਮਹਾਚਰਚਾ ਸਾਡੀ ਅੱਗੇ ਵੀ ਜਾਰੀ ਰਹੇਗੀ। ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਫੈਕਟਰ ਦੇ ਉੱਤੇ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਫੌਰਨ ਹਾਜ਼ਰ ਹੋ।